ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਸਾਹਿਬ ਜੀ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਉ ਖਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਪਜੀ ਸਾਹਿਬ ਜੀ ਦੇ ਵਿੱਚੋਂ ਲੜੀਵਾਰ 38 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜਿਵੇਂ ਕੱਲ ਦੇ ਦੀਵਾਨਾਂ ਦੇ ਵਿੱਚ 37 ਨੰਬਰ ਪਾਵਨ ਪੌੜੀ ਦੇ ਵਿਚਾਰ ਸਾਂਝੇ ਕੀਤੇ ਸਨ, ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕਰਮਖੰਡ ਬਾਰੇ, ਸੱਚਖੰਡ ਬਾਰੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਰਮਖੰਡ ਕੀ ਬਾਣੀ ਜ਼ੋਰ। ਕਰਮ ਦਾ ਅਰਥ ਕੀ ਹੈ? ਬਖਸ਼ਿਸ਼, ਰਹਿਮਤ, ਮਿਹਰ। ਜਦੋਂ ਮਨੁੱਖ ਦੇ ਜੀਵਨ ਅੰਦਰ ਕਰਮਖੰਡ ਵਾਲੀ ਅਵਸਥਾ ਆਉਂਦੀ ਹੈ, ਉਹਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਫਿਰ ਉਹਦੇ ਅੰਦਰ ਤਾਕਤ ਆ ਜਾਂਦੀ ਹੈ, ਉਹਦਾ ਮਨ ਤਾਕਤਵਰ ਬਣ ਜਾਂਦਾ ਹੈ। ਫਿਰ ਦੁਨੀਆ ਦਾ ਕੋਈ ਵੀ ਵਿਕਾਰ, ਕੋਈ ਵੀ ਬੁਰਾਈ ਉਹਦੇ ਜੀਵਨ ਦੇ ਉੱਤੇ ਪ੍ਰਭਾਵ ਨਹੀਂ ਪਾ ਸਕਦੀ। ਉਹਦਾ ਜੀਵਨ ਵਿਸ਼ੇ ਵਿਕਾਰਾਂ ਤੋਂ ਦੂਰ ਹੋ ਜਾਂਦਾ ਹੈ। ਉਹਦੇ ਜੀਵਨ ਦੇ ਉੱਤੇ ਵਿਸ਼ੇ ਵਿਕਾਰ, ਬੁਰਾਈਆਂ ਆਪਣਾ ਪ੍ਰਭਾਵ ਨਹੀਂ ਛੱਡ ਸਕਦੀਆਂ। ਜਦੋਂ ਬਖਸ਼ਿਸ਼ ਹੁੰਦੀ ਹੈ, ਫਿਰ ਉਸ ਮਨੁੱਖ ਨੂੰ ਆਪਣੇ ਜੀਵਨ ਦੇ ਅੰਦਰ ਤਿੱਥੈ ਹੋਰ ਨਾ ਕੋਈ ਹੋਰ, ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਨਜ਼ਰ ਨਹੀਂ ਆਉਂਦਾ। ਉਹ ਜਿੱਧਰ ਵੀ ਤੱਕਦਾ ਵੇਖਦਾ ਆ, ਉਹਨੂੰ ਉਹ ਪਰਮੇਸ਼ਰ ਹੀ ਨਜ਼ਰ ਆਉਂਦਾ ਹੈ। ਉਹ ਸਾਰੇ ਸੰਸਾਰ ਵਿੱਚ, ਸਾਰੀ ਕੁਦਰਤ ਵਿੱਚ, ਸਾਰੇ ਜੀਵਾਂ ਦੇ ਅੰਦਰ ਹੀ ਉਸ ਮਾਲਕ ਵਾਹਿਗੁਰੂ ਦੀ ਜੋਤ ਵੇਖਦਾ ਹੈ। ਸਤਿਗੁਰੂ ਜੀ ਦਾ ਬਚਨ ਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹ ਸਾਰਾ ਸੰਸਾਰ ਤੂੰ ਵੇਖ ਰਿਹਾ ਨਾ, ਜਿਹੜਾ ਨਜ਼ਰ ਆ ਰਿਹਾ ਆ, ਇਹ ਕੀ ਹੈ? ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ। ਉਸ ਮਨੁੱਖ ਦੀ ਅਵਸਥਾ ਇਹੋ ਜਿਹੀ ਬਣ ਜਾਂਦੀ ਹੈ। ਫਿਰ ਉਹ ਆਪਣੇ ਜੀਵਨ ਦੇ ਅੰਦਰ ਨਾ ਤਾਂ ਠੱਗਿਆ ਜਾਂਦਾ ਆ, ਨਾ ਤਾਂ ਆਤਮਿਕ ਤੌਰ ਉੱਤੇ ਉਹ ਮਰਦਾ ਹੈ। ਉਹਦਾ ਜੀਵਨ
खत्म होता है, क्योंकि ਉਹਦਾ जीवन सच नाल जुड़िया होंदा, हिरदे अंदर राम वसिया होंदा, ਉਹਦਾ जीवन उस रमे हुए परमात्मा नाल जुड़ जाता है जिहड़ा सारे संसार नूं चला रहा है, जिस करके वो कभी भी ठगिया नहीं जाता, लुटिया नहीं जाता। फिर समा पा के ਉਹਦਾ जीवन की बन जाता आ, सचखंड वसै निरंकार। वो सच नाल ਉਹਦਾ जीवन जुड़न करके ਉਹਦਾ जीवन सचखंड बन जाता है, क्योंकि निरंकार भी ਉਹਦੇ हिरदे च वसदा है। वो अपने हिरदे विच निरंकार की पहचान कर लेंदा है। मन तू जोत स्वरूप है अपना मूल पछाण, मन हर जी तेरे नाल है गुरमती रंग मान। पातशाह जी बचन करते हैं कि जिहड़ा परमात्मा है वो हर वक्त तेरे नाल है, पर उहदा आनंद किवें माणिया जा सकदा, उहनूं जीवन दे अंदर महसूस किवें कीता जा सकदा, उहदे नाम दे रंग विच किवें जुड़िया जा सकदा। गुरमती, गुरु दी मत द्वारा ही तू परमेश्वर अकाल पुरख वाहिगुरू नूं प्राप्त कर सकदा, उहदे गुणां नूं अपने जीवन च वसा सकदा है। तेरा जीवन उहदे नाम दे रंग विच रंगिया जावेगा। जो तू अपने मूल दी, अपने धुरे दी पहचान कर लवेगा, धुरे दे नाल जुड़ जावेगा, तेरे जीवन दे विचों भटकना खत्म हो जाएगी। ते गुरु प्यार वाले उत्थे पातशाह जी ने सानू सचखंड की परिभाषा दस दी कि सचखंड जिहड़ा तू अपना जीवन बनाना है, अपने जीवन नूं सच नाल जोड़ना है, तेरा जीवन सचखंड बन जाना है। अज सतगुरु जी 38 नंबर पौड़ी विच बड़ी प्यारी बाकमाल विचार बख्शिश करते हैं। सतगुरु ने एक दुकान चुनी है, एक दुकान की उदाहरण ली है। गुरु प्यार वाले जिहड़ी वो दुकान है कोई माड़ी मोटी नहीं है, वो बड़ी कीमती दुकान है। ते उस दुकान उत्ते ओही जाता है जिहदे कोल हज़ारां रुपए होण, ते उस दुकान उत्ते कोई रश नहीं पैंदा, उस दुकान उत्ते कोई विरला विरला जाता है जिन्हें बहुत ही कीमती चीज़ खरीदनी है। ते गुरु प्यार वालियो हुण जिहड़ी वो दुकान है, वो दुकान किहड़ी है? सुनियारे की दुकान। सुनियारे की दुकान इहो जी दुकान हुंदी है जिथे हर कोई नहीं जा सकता। जिहड़े कोल हज़ारां रुपए नहीं है वो सुनियारे की दुकान ते नहीं जा सकता। ਉਹੀ ਜਾਵੇਗਾ ਜਿਹਦੇ ਕੋਲ ਹਜ਼ਾਰਾਂ ਰੁਪਏ ਹੋਣਗੇ, ਉਹੀ ਜਾ ਕੇ ਉੱਥੇ ਗਹਿਣੇ ਬਣਵਾਵੇਗਾ। ਤੇ ਸੁਨਿਆਰੀ ਦੀ ਦੁਕਾਨ ਜਿਹੜੀ ਬੜੀ ਕੀਮਤੀ ਹੁੰਦੀ ਆ, ਬੜੀ ਮਹਿੰਗੀ ਹੁੰਦੀ ਆ, ਤੇ ਸੁਨਿਆਰੀ ਦੀ ਦੁਕਾਨ ਤੇ ਕੋਈ ਬਾਹਲਾ ਰਸ਼ ਨਹੀਂ ਹੁੰਦਾ। ਜਿਵੇਂ ਹੋਰ ਬੜੀਆਂ ਦੁਕਾਨਾਂ ਨੇ, ਚਾਹੇ ਸਬਜ਼ੀ ਦੀ ਦੁਕਾਨ ਲੈ ਲਈਏ, ਹੋਰ ਦੁਕਾਨਾਂ ਲੈ ਲਈਏ, ਉੱਥੇ ਕਿੰਨਾ ਰਸ਼ ਹੁੰਦਾ। ਚਾਹੇ ਕੱਪੜੇ ਦੀ ਦੁਕਾਨ ਲੈ ਲਈਏ, ਉੱਥੇ ਹਰ ਕੋਈ ਜਾਂਦਾ, ਪਰ ਸੁਨਿਆਰੀ ਦੀ ਦੁਕਾਨ ਉੱਤੇ ਜ਼ਿਆਦਾ ਰਸ਼ ਨਹੀਂ ਹੁੰਦਾ, क्योंकि उत्थे वो जा सकता आ जिहदी पहुँच आ, पहुँच वाला मनुख ही उत्थे पहुँच सकता आ। ते पातशाह जी ने सुनियारे दियां दुकान की उदाहरण ली। उहदी दुकान दे अंदर जिहड़ा सुनियारा है, सुनियारा जिहड़ा सोने की घाड़त करन वास्ते, गहने बनाउण वास्ते जिहड़ियां चीज़ां वरतदा है, पातशाह जी ने उन्हां राही ही साडे जीवन उपदेश बख्शिश कीता है कि जिस तरह सुनियारा सोने नूं घड़दा है, उहदे हार बनाउंदा है, उहदे गहने बनाउंदा है, ते लोकां दे गले दा शिंगार बनदे ने। वो गहने लोग अपने तन ते उन्हां गहणियां नूं पाउंदे ने, अपने शरीर दा शिंगार बनाउंदे ने, ते उन्हां गहणियां नूं चाहण वाले बहुत ज़्यादा हुंदे ने। इसे तरह पातशाह जी कहंदे तुम ही अपने जीवन की घाड़त कहंदे इसे तरह ही घड़नी है, अपने जीवन भी कहते इसे तरह ही करना है। तो पातशाह जी बचन करते ने जत पहारा, मालिक जी कहते जत, जत का अर्थ की हुंदा कि अपने मन नूं विकारां वल्लों रोकना। जत पहारा, पहारा का अर्थ की है? दुकान। कहते जिहड़ी दुकान है अपने जीवन नूं की बना, अपने जत नूं मन नूं विकारां वल्लों रोकना, ये की आ? दुकान होवे। ते गुरु प्यार वालिओ जिहड़े जोगी लोग हुंदे सी, साधु जिहड़े हुंदे सीगे,
ਉਹ ਜੱਤ ਕਿਹਨੂੰ ਸਮਝਦੇ ਸੀਗੇ? ਜਤੀ ਹੁੰਦੇ, ਜਿਵੇਂ ਕਹਿੰਦੇ ਭਾਈ ਬੰਦਾ ਜਤੀ ਹੋ ਗਿਆ। ਉਹ ਆਪਣੇ ਮਨ ਨੂੰ ਵਿਕਾਰਾਂ ਤੋਂ ਰੋਕਣ ਵਾਸਤੇ ਆਪਣੇ ਘਰ-ਬਾਰ ਛੱਡ ਕੇ ਚਲੇ ਜਾਂਦੇ ਸੀ, ਆਪਣੇ ਪਰਿਵਾਰਾਂ ਨੂੰ ਛੱਡ ਕੇ ਚਲੇ ਜਾਂਦੇ ਸੀ। ਉਹ ਕਹਿੰਦੇ ਅਸੀਂ ਜਤੀ ਬਣ ਗਏ। ਪਰ ਪਾਤਸ਼ਾਹ ਜੀ ਕਹਿੰਦੇ ਨੇ ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਕਹਿੰਦੇ ਜਿਸ ਮਨੁੱਖ ਨੇ ਆਪਣੇ ਜੀਵਨ ਨੂੰ ਵਿਕਾਰਾਂ ਵੱਲੋਂ ਰੋਕ ਲਿਆ, ਮਨ ਨੂੰ ਵਿਕਾਰਾਂ ਵੱਲੋਂ ਰੋਕ ਲਿਆ, ਕਹਿੰਦੇ ਅਸਲ ਵਿੱਚ ਉਹਦਾ ਜੀਵਨ ਹੀ ਗ੍ਰਸਤੀ ਹੈ। ਤੇ ਗੁਰੂ ਪਿਆਰ ਵਾਲਿਓ, ਮਨ ਨੂੰ ਵਿਕਾਰਾਂ ਵੱਲੋਂ ਰੋਕਣਾ ਇਹ ਕੀ ਆ? ਜਤ। ਤੇ ਕਹਿੰਦੇ ਇਹ ਕੀ ਬਣਾ? ਦੁਕਾਨ। ਇਹ ਹੋਵੇ ਤੇਰੀ ਦੁਕਾਨ। ਧੀਰਜ ਸੁਨਿਆਰ। ਹੁਣ ਉਸ ਦੁਕਾਨ ਦੇ ਵਿੱਚ ਸੁਨਿਆਰਾ ਕੌਣ ਹੋਵੇ? ਧੀਰਜ। ਕਹਿੰਦੇ ਇਹ ਧੀਰਜ ਤੇਰੇ ਜੀਵਨ ਦੇ ਅੰਦਰ ਆਵੇ, ਤੇਰੇ ਜੀਵਨ ਅੰਦਰ ਧੀਰਜ ਹੋਵੇ, ਸਹਿਣਸ਼ੀਲਤਾ ਤੇਰੇ ਜੀਵਨ ਅੰਦਰ ਟਿਕਾ। ਇਹ ਧੀਰਜ ਨੂੰ ਕੀ ਬਣਾ? ਸੁਨਿਆਰਾ। ਆ ਸਾਡਾ ਸਰੀਰ ਰੂਪੀ ਕੀ ਹੈ? ਇਹ ਦੁਕਾਨ। ਇਸ ਸਰੀਰ ਦੇ ਅੰਦਰ ਜਿਹੜਾ ਧੀਰਜ ਕੀ ਆ? ਸੁਨਿਆਰਾ। ਕਿਉਂਕਿ ਸੁਨਿਆਰੇ ਦੇ ਵਿੱਚ ਬੜਾ ਧੀਰਜ ਹੁੰਦਾ ਹੈ। ਸੁਨਿਆਰੇ ਦੇ ਜੋ ਸੁਨਿਆਰਾ ਆਪਣਾ ਕੰਮ ਕਰਦਾ ਨਾ, ਨਾਲੇ ਉਹਨੇ ਆਪਣੀ ਅੱਖਾਂ ਤੇ ਐਨਕਾਂ ਲਾ ਕੇ ਨਾਲੇ ਸੋਨੇ ਦੀ ਘਾੜਤ ਘੜੀ ਜਾ ਰਿਹਾ ਆ, ਨਾਲੇ ਸੋਨੇ ਨੂੰ ਬਣਾਈ ਜਾ ਰਿਹਾ, ਗਹਿਣੇ ਬਣਾਈ ਜਾ ਰਿਹਾ ਆ, ਕੋਈ ਟਾਂਕੇ ਲਾਈ ਜਾ ਰਿਹਾ, ਤੇ ਨਾਲੇ ਲਾਗੇ ਗਾਹਕ ਬੈਠਾ ਉਹਨੂੰ ਬੜਾ ਕੁਝ ਬੋਲਦਾ ਆ, ਉਹਨੂੰ ਗੱਲਾਂ ਬਾਤਾਂ ਵੀ ਕਰਦਾ ਆ, ਪਰ ਉਹ ਚੁੱਪ ਕਰਕੇ ਸੁਣੀ ਜਾਂਦਾ, ਆਪਣੇ ਕੰਮ ਵੱਲ ਉਹਦਾ ਧਿਆਨ। ਉਹ ਮਨ ਦੇ ਵਿੱਚ ਕੋਈ ਗੁੱਸਾ ਨਹੀਂ ਕਰਦਾ, ਖਿੱਚਦਾ ਨਹੀਂ, ਉਹ ਆਪਣੇ ਕੰਮ ਵੱਲ ਧਿਆਨ ਦਿੰਦਾ, ਉਹ ਕੰਮ ਕਰੀ ਜਾ ਰਿਹਾ ਆ। ਤੇ ਇਸੇ ਤਰ੍ਹਾਂ ਮਾਲਿਕ ਜੀ ਕਹਿੰਦੇ ਆਪਣੇ ਜੀਵਨ ਅੰਦਰ ਧੀਰਜ ਪੈਦਾ ਕਰ, ਇਹ ਹੋਵੇ ਸੁਨਿਆਰਾ ਤੇਰੇ ਜੀਵਨ ਅੰਦਰ। ਤੇ ਗੁਰੂ ਪਿਆਰ ਵਾਲਿਓ, ਅੱਜ ਸਾਡੇ ਜੀਵਨ ਦੇ ਵਿੱਚ ਧੀਰਜ ਕਿਤੇ ਦਿਖਾਈ ਨਹੀਂ ਦਿੰਦਾ। ਧੀਰਜ ਜੀਵਨ 'ਚ ਹੈ ਨਹੀਂ, ਸਹਿਣਸ਼ੀਲਤਾ ਹੈ ਨਹੀਂ। ਅੱਜ ਜਿਹੜਾ ਪੁੱਤ ਆ ਆਪਣੇ ਪਿਓ ਦੀ ਗੱਲ ਸੁਣਨ ਲਈ ਤਿਆਰ ਨਹੀਂ, ਬੱਚੇ ਅੱਜ ਮਾਪਿਆਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਜੇ ਮਾਪੇ ਮਾੜਾ ਜਾਂ ਬੱਚਿਆਂ ਨੂੰ ਕੁਝ ਕਹਿ ਦੇਣ ਤੇ ਫਾਹਾ ਲੈਣ ਤੱਕ ਚਲੇ ਜਾਂਦੇ ਆ, ਆਤਮ ਹੱਤਿਆ ਕਰਨ ਤੱਕ ਚਲੇ ਜਾਂਦੇ ਆ, ਕਿਉਂਕਿ ਸਹਿਣਸ਼ੀਲਤਾ ਖਤਮ ਹੋ ਗਈ। ਜੀਵਨ 'ਚ ਜਿਹੜਾ ਗੱਲ ਸਹਾਰਨ ਦੀ ਸ਼ਕਤੀ ਸੀ ਨਾ, ਉਹ ਖਤਮ ਹੁੰਦੀ ਜਾ ਰਹੀ ਹੈ। ਤੁਸੀਂ ਕਿਸੇ ਨੂੰ ਮਾੜਾ ਜਿਹਾ ਕੋਈ ਗੱਲ ਸਮਝਾ ਦਿਓ, ਕੋਈ ਗੱਲ ਕਿਸੇ ਨੂੰ ਕਹਿ ਦਿਓ, ਭਾਵੇਂ ਉਹਦੇ ਭਲੇ ਦੀ ਆ, ਉਹ ਨਹੀਂ ਸੁਣਨਾ ਚਾਹੁੰਦਾ। ਉਹ ਕਹਿੰਦਾ ਮੈਨੂੰ ਸਭ ਕੁਝ ਪਤਾ ਆ, ਮੈਨੂੰ ਬਹੁਤ ਅਕਲ ਆ, ਮੈਨੂੰ ਸਮਝ ਆ, ਮੈਂ ਤੁਹਾਡੀ ਗੱਲ ਨੂੰ ਨਹੀਂ ਸੁਣ ਸਕਦਾ। ਕਿਉਂਕਿ ਜੀਵਨ ਅੰਦਰ ਸਹਿਣਸ਼ੀਲਤਾ ਨਹੀਂ ਹੈਗੀ, ਜੀਵਨ ਅੰਦਰ ਮਿਹਦਾ ਨਹੀਂ ਹੈਗਾ। ਗੁਰੂ ਪਿਆਰ ਵਾਲਿਓ, ਜਿਹੜਾ ਵਿਚਾਰ ਨੂੰ, ਜਿਹੜਾ ਗੱਲ ਨੂੰ ਸਹਿਣ ਕਰ ਗਿਆ ਨਾ, ਉਹੀ ਜਿਹੜਾ ਅੱਗੇ ਵੱਧ ਸਕਦਾ ਆ। ਹੁਣ ਟੀਚਰ ਜਿਹੜਾ ਸਕੂਲ ਦੇ ਵਿੱਚ ਬੱਚੇ ਨੂੰ ਝਿੜਕਦਾ ਆ, ਟੀਚਰ ਜਿਹੜਾ ਗੱਲਬਾਤ ਸਮਝਾਉਂਦਾ ਆ, ਪਰ ਜੇਕਰ ਬੱਚਾ ਅੱਗੇ ਗੁੱਸਾ ਕਰ ਜਾਵੇ, ਗੱਲ ਸਹਿਣ ਨਾ ਕਰੇ, ਟੀਚਰ ਨੂੰ ਬਰਾਬਰ ਜਵਾਬ ਦੇ ਦੇਵੇ, ਉਹ ਬੱਚਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਗੁਰੂ ਪਿਆਰ ਵਾਲਿਓ, ਅੱਜ ਸਾਡੇ ਘਰਾਂ ਵਿੱਚ, ਪਰਿਵਾਰਾਂ ਵਿੱਚ ਇੱਕ ਮਾਂ ਜਿਹੜੀ ਆਪਣੀ ਬੱਚੀ ਨੂੰ ਇਹ ਗੱਲ ਸਮਝਾਉਂਦੀ ਹੈ ਕਿ ਭਾਈ ਤੂੰ ਸਹੁਰੇ ਘਰ ਵਿੱਚ ਜਾ ਕੇ ਧੀਰਜ ਰੱਖੀ, ਸਹਿਣਸ਼ੀਲਤਾ ਰੱਖੀ। ਜੇਕਰ ਤੈਨੂੰ ਸਹੁਰੇ ਘਰ ਵਿੱਚ ਜਾ ਕੇ ਤੈਨੂੰ ਤੇਰੇ ਸੱਸ ਸਹੁਰਾ ਤੈਨੂੰ ਕੁਝ ਕਹਿ ਵੀ ਦੇਣ, ਉਸ ਗੱਲ ਨੂੰ ਸਹਾਰ ਲਵੀਂ। ਜਿਸ ਤਰ੍ਹਾਂ ਤੂੰ ਆਪਣੇ ਮਾਪਿਆਂ ਦੀ ਗੱਲਬਾਤ ਨੂੰ ਸਹਾਰਦੀ ਆ, ਤੈਨੂੰ ਮਾਪੇ ਤੈਨੂੰ ਕਹਿੰਦੇ ਆ, ਸਮਝਾਉਂਦੇ ਆ, ਕਿਤੇ ਡਾਂਟਦੇ ਆ, ਝਿੜਕਦੇ ਆ, ਤੇ ਆਪਣੇ ਮਾਪਿਆਂ ਦੀ ਗੱਲ ਦਾ ਜਿਸ ਤਰ੍ਹਾਂ ਤੂੰ ਬੁਰਾ ਨਹੀਂ ਮਨਾਉਂਦੀ, ਮਨ ਵਿੱਚ ਸਹਿਣ ਕਰਦੀ ਆ ਕਿ ਮੇਰੇ ਭਲੇ ਵਾਸਤੇ ਕਹਿ ਰਹੇ ਨੇ, ਇਸੇ ਤਰ੍ਹਾਂ ਸਹੁਰੇ ਘਰ ਵਿੱਚ ਜਾ ਕੇ ਵੀ ਤੂੰ ਉਹਨਾਂ ਦੀਆਂ ਵਿਚਾਰਾਂ ਨੂੰ, ਗੱਲਾਂ ਬਾਤਾਂ ਨੂੰ ਸਹਾਰ ਲਵੀਂ, ਸਹਿਣਸ਼ੀਲਤਾ ਆਪਣੇ ਜੀਵਨ ਦੇ ਵਿੱਚ ਰੱਖੀ। ਪਰ ਗੁਰੂ ਪਿਆਰ ਵਾਲਿਓ, ਅੱਜ ਸਾਡੇ ਜੀਵਨ ਵਿੱਚੋਂ ਸਹਿਣਸ਼ੀਲਤਾ ਖਤਮ ਹੋ ਗਈ, ਤਾਂ ਹੀ ਉਹ ਤਾਂ ਲੜਾਈ ਝਗੜੇ ਹੋ ਰਹੇ ਆ। ਤੁਸੀਂ ਕਿਸੇ ਦੂਜੇ ਮਨੁੱਖ ਨੂੰ ਸਮਝਾ ਨਹੀਂ ਸਕਦੇ, ਤੁਸੀਂ ਕਿਸੇ ਨੂੰ ਕੋਈ ਗੱਲ ਕਹਿ ਨਹੀਂ ਸਕਦੇ। ਮਾੜੀ ਜੀ ਤੁਸੀਂ ਗੱਲ ਆਖੋਗੇ, ਅਗਲਾ ਅੱਗ ਦਾ ਜਿਹੜਾ ਅੱਗ ਦੇ ਨਾਲ ਅੰਦਰੋਂ ਅੰਦਰੀ ਮੱਚ ਜਾਵੇਗਾ, ਸੜ ਜਾਵੇਗਾ, ਅੱਗ ਬਬੋਲਾ ਹੋ ਜਾਵੇਗਾ ਕਿ ਮੈਨੂੰ ਇਹਨੇ ਗੱਲ ਇਹ ਕਹੀ ਤੇ ਕਹੀ ਕਿਵੇਂ, ਕਿਉਂਕਿ ਮੈਂ ਇਹ ਗੱਲ ਸੁਣਨਾ ਨਹੀਂ ਚਾਹੁੰਦਾ ਸੀ। ਪਹਿਲੇ ਸਮਿਆਂ ਦੇ ਅੰਦਰ ਗੁਰੂ ਪਿਆਰ ਵਾਲਿਓ, ਪਰਿਵਾਰਾਂ ਅੰਦਰ ਧੀਆਂ ਪੁੱਤਰ ਜੇਕਰ ਮਾਪੇ ਸਮਝਾਉਂਦੇ, ਬੜੇ ਪਿਆਰ ਦੇ ਨਾਲ ਗੱਲ ਸੁਣਦੇ, ਸਮਝਦੇ, ਗੱਲਾਂ ਬਾਤਾਂ ਫਿਰ ਕੰਮਕਾਰ ਕਰਦੇ। ਅੱਜ ਕੋਈ ਵੀ ਜਿਹੜਾ, ਚਾਹੇ ਉਹ ਮਾਪੇ ਨੇ ਤੇ ਗੁਰੂ ਪਿਆਰ ਵਾਲਿਓ, ਉਹਨਾਂ ਦੀਆਂ ਵਿਚਾਰਾਂ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਲਈ ਬੱਚੇ ਜਿਹੜੇ ਤਿਆਰ ਨਹੀਂ। ਬੱਚੇ ਕਹਿੰਦੇ ਸਾਨੂੰ ਸਭ ਕੁਝ ਪਤਾ, ਜਿੰਨਾ ਸਾਨੂੰ ਪਤਾ ਉਹਨਾਂ ਤੁਹਾਨੂੰ ਨਹੀਂ ਪਤਾ ਹੈਗਾ। ਪਰ ਉਹਨਾਂ ਨੂੰ ਇਹ ਥੋੜ੍ਹਾ ਪਤਾ ਕਿ ਮਾਪੇ ਸਾਰੀ ਉਮਰ, ਉਹਨਾਂ ਦਾ ਤਜਰਬਾ ਹੈ, ਉਹਨਾਂ ਦੀ ਉਮਰ ਹੋ ਗਈ, ਇਹਨਾਂ
इन्हां संसार दे विच विचरदियां घुमदियां फिरदियां काम कार करदियां। गुरु प्यार वालिओ जिहड़ा दुकानदार हुंदा ना उहनूं धीरज रखना पैंदा आ। हुण मान लो हरेक बंदे नूं धीरज रखना पैना। हुण मान लो जिहड़ा किसान आ उहनूं भी धीरज रखना पैंदा। जिमीदार आ वो जे फसल बीजदा आ, अज फसल बीजी अज उन्हें बीज पाया तो कल जाके आखे कि भाई मैं कल पुट के वेखां जाके फसल हो गई कि नहीं हो गई। जे उन्होंने बी उत्थे कल जाके पुटेगा तो उन्होंने हथ बी लगेगा, फसल नहीं पैदा होगी। फसल नूं पैदा होण नूं हजे बीज नूं पुंगरन विच समा लगेगा। उन्ना चिर वो जीवन अंदर धीरज रखना पैना है, टिका रखना पैना, शैन उन्होंने करने पैना। कोई मनुख आके भाई मैं अज दुकान पाई तो कल मेरी दुकान ते गाहक भी जुड़ जाण, कल मेरी दुकान चल भी पवे। गुरु प्यार वाले साल लग जाता आ दुकान चलण वास्ते, चलाउण वास्ते, गाहक जुड़न वास्ते। दुकानदार नूं क्योंकि जिन्हें दुकान चलाउणी, जेकर दुकान करदा पहली गल तो दुकानदार नूं गल करन दा तरीका होवे, उन्हें गाहक किवें बनाउणे। क्योंकि दुकानदार जेकर मान लो उहदे कोल समान बड़ा पिया, दुकान भरी हुई आ, दुकान भरी हुई आ ते गुरु प्यार वाले उन्होंने गल करने का तरीका नहीं है। वो किसी की गल सहारदा नहीं, गुस्सा कर जाता किसी की हरेक की गल का, वो अपना समान कदे भी बेच नहीं सकता। एक दुकानदार वो है जिहदे कोल समान भी थोड़ा आ पर दुकान भी बड़ी चल रही है। कारण की आ, उन्होंने गल करने का तरीका है, बड़े प्यार दे नाल पेश होंदा है, जीवन च धीरज आ। उन्होंने पता कि भाई मैं जे दुकान खोली है ये अज ही नहीं चलेगी, इनू समा लगेगा, हौली हौली गाहक बनणगे, हौली हौली प्यार बनेगा, हौली हौली मैं अपना जिहड़ा इह सौदा बेचांगा, फिर ये काम चल सकदा आ। नहीं तो गुरु प्यार वाले धीरज जिहड़ा साडे जीवन चों खत्म हुंदा जा रहा। तुसीं मान लो माड़ा जिहा ट्रैफिक होवे ना, जे किते जाम लग जाए साडा धीरज उड़ जाता है। सवेरे उठ के असी बड़ी बाणी पढ़ के जाने, सुन के जाने, पर जेकर बत्तियां जो जग पैण, जो बत्ती लाल बत्ती हो जाए, इत्थे रुकण का इशारा होवे ते मन अंदर काली हुंदी कि सब तो मैं अगे जाके लग जावां, मैं मूहरे लग जावां जाके। धीरज नहीं हैगा ना, मन अंदर टिका नहीं हैगा, मन विच काली आ, दौड़ लगी हुई है कि मैं जल्दी जल्दी इहदे तो अगे निकल जावां। मैं रिक्शे वाले अगे निकल जा, रिक्शे वाला कहना मैं तो अगे निकल जावां। भाव कि धीरज नहीं हैगा, संतोख सबर नहीं हैगा जीवन च कि मैं 2 मिनट सबर कर लवां, जिस करके फिर बाद विच कोई ना कोई घटना वापर जाती है। क्योंकि जेकर 2 मिनट वो सबर उडीक कर लेंदा तो उहदे नाल उहदी जिंदगी बच जानी सी, ना तो एडा वड्डा नुकसान हुंदा। अज धीरज साडे जीवन विच ना होण करके साडा इन्ना नुकसान हो रहा, साडे घरां च दुख कलेश लड़ाई झगड़े सब कुछ चल रहा। ते पातशाह जी दी बाणी दा बचन आ, मालिक जी कहंदे कवण सो अखर कवण गुण कवण सो मणिया मंत, ए त्रै भैणे। मालिक जी कहंदे कवण सो बेसो हो करी जित वस आवी कंत। वो कहंदे केड़ा अखर आ, केड़ा गुण आ, केड़ा मंत्र आ, वो केड़ा पहरावा आ जिहड़ा मैं पहन लवां, जिन्हों मैं पहन के अपने प्रभु पति नूं बस विच कर लवां। पातशाह कहंदे ने निवण सो अखर, कहंदे मन विच निमरता लैके आ, मन नूं नीमा रख। खवण गुण, गुण केड़ा आ, तेरे जीवन अंदर सहनशीलता होवे, किसी गल नूं सहारन दी शक्ति होवे, तेरा मेधा वड्डा होवे। जेहबा मणिया मंत, कहंदे तेरी जेहबा दे विच, तेरी जीव दे विच स्वाद होवे, तेरे जीवन अंदर मिठापन होवे, तू अपनी जीव दे नाल चंगे बोल बोलें। ए त्रै भैणे बेस कर जित वस आवी कंत। कहंदे ए बेस, ए पहरावा जीवन दे विच धारण कर ला, तेरा प्रभु पति तेरे वस विच आ जावेगा। ते गुरु प्यार वाले जेकर साडे जीवन च धीरज आ जावे, साडे जीवन च टिका आ जावे तो सब कुछ वधिया हो जावे। कई बारी साडे मन विच गुरबाणी पढ़न वेले भी धीरज नहीं हुंदा। हुण साडे मन विच की हुंदा, असीं कई बारी गुरु घर आउने ना बड़ी छेती काली काली आउने, काली काली जल्दी भज्जे भज्जे आउने, मत्था टेक के ते प्रसाद लैके चले जाने। धीरज नहीं हैगा, मन विच काली आ कि काम बड़े पे आ, बड़ा कुछ पिया, ते असीं कहने कि भाई हुण मेरी हाजरी लग गई,
ਅਸੀਂ ਕਹਿੰਦੇ ਸਾਡੀ ਹਾਜ਼ਰੀ ਲੱਗ ਗਈ, ਅਸੀਂ ਅੱਜ ਗੁਰਦੁਆਰੇ ਜਾਏ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਗੁਰਬਾਣੀ ਵੀ ਪੜ੍ਹਦੇ, ਜੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ, ਚਾਹੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਰਹੇ ਹਾਂ, ਤੇ ਮਨ ਵਿੱਚ ਟਿਕਾ ਨਹੀਂ ਹੈਗਾ। ਉਹ ਵੀ ਛੇਤੀ ਛੇਤੀ ਕਰਨੇ ਕੰਪਲੀਟ, ਜਲਦੀ ਜਲਦੀ। ਜਿਹੜਾ ਅਸੀਂ ਅੱਧਾ ਘੰਟਾ ਲਾ ਕੇ ਜਪਜੀ ਸਾਹਿਬ ਪੜ੍ਹਨਾ ਹੁੰਦਾ, 15 ਮਿੰਟ ਲਾ ਕੇ ਪੜ੍ਹਨਾ ਹੁੰਦਾ, ਉਹ ਅਸੀਂ 10 ਮਿੰਟਾਂ ਵਿੱਚ ਕੰਪਲੀਟ ਕਰ ਦਿੰਦੇ। ਕਿਉਂਕਿ ਕਾਹਲੀ ਆ ਮਨ 'ਚ ਧੀਰਜ ਨਹੀਂ ਹੈਗਾ, ਟਿਕਾ ਨਹੀਂ ਹੈਗਾ ਕਿ ਮੈਂ ਹੌਲੀ ਹੌਲੀ ਆਰਾਮ ਆਰਾਮ ਦੇ ਨਾਲ ਸਹਿਜੇ ਸਹਿਜੇ ਉਸ ਗੁਰਬਾਣੀ ਨੂੰ ਪੜ੍ਹਾਂ, ਆਰਾਮ ਦੇ ਨਾਲ ਪੜ੍ਹਾਂ। ਕਿਉਂਕਿ ਸਾਡੇ ਮਨਾਂ ਵਿੱਚ ਭੁਲੇਖੇ ਪਾਏ ਗਏ ਆ ਕਿ ਭਾਈ ਜੇ ਜਪਜੀ ਸਾਹਿਬ ਤੂੰ ਇੱਕ ਵਾਰੀ ਆਰੰਭ ਕਰ ਲਿਆ ਤੈਨੂੰ ਕੰਪਲੀਟ ਕਰਕੇ ਹੀ ਉੱਠਣਾ ਆ। ਜੇ ਤੂੰ ਸੁਖਮਨੀ ਸਾਹਿਬ ਇੱਕ ਵਾਰੀ ਆਰੰਭ ਕਰ ਲਿਆ, ਇਹਨੂੰ ਪੂਰਾ ਕਰਕੇ ਹੀ ਉੱਠਣਾ ਆ। ਗੁਰੂ ਪਿਆਰ ਵਾਲਿਓ, ਗੁਰਬਾਣੀ ਜੇਕਰ ਜਪਜੀ ਸਾਹਿਬ ਦੀ ਤੂੰ ਅੱਜ ਇੱਕ ਪੌੜੀ ਪੜ੍ਹ ਲਈ, ਕੱਲ੍ਹ ਨੂੰ ਦੂਜੀ ਪੜ੍ਹ ਲਈ, ਪਰਸੋਂ ਨੂੰ ਤੀਜੀ ਪੜ੍ਹ ਲਈ, ਚੌਥ ਨੂੰ ਚੌਥੀ ਪੜ੍ਹ ਲਈ। ਜੇ ਅੱਜ ਤੂੰ ਇੱਕ ਅਸ਼ਟਪਦੀ ਪੜ੍ਹ ਲਈ ਆ ਤੇ ਕੱਲ੍ਹ ਨੂੰ ਦੂਜੀ ਅਸ਼ਟਪਦੀ ਪੜ੍ਹ ਲਈ। ਤੇਰੇ ਕੋਲ ਇੰਨਾ ਸਮਾਂ ਨਹੀਂ ਹੈ। ਜੇਕਰ ਤੇਰੇ ਕੋਲ ਅੱਧਾ ਘੰਟਾ ਸਮਾਂ ਆ, 15 ਮਿੰਟ ਸਮਾਂ ਆ, ਤੇ ਉਸ ਸਮੇਂ ਦੇ ਮੁਤਾਬਕ ਤੂੰ ਉਨੀ ਬਾਣੀ ਪੜ੍ਹ। ਉਹਦੇ ਵਿੱਚ ਫਾਹਾ ਨਾ ਵੱਢ ਕੇ ਤੂੰ ਛੇਤੀ ਛੇਤੀ ਮੂੰਹ ਘੁਮਾ ਕੇ ਜਲਦੀ ਜਲਦੀ ਫਾਹਾ ਵੱਢ ਕੇ ਤੇ ਆਖੇ ਕਿ ਭਾਈ ਮੈਂ ਬਾਣੀ ਪੜ੍ਹ ਲਈ, ਉਹਦਾ ਕੋਈ ਫਾਇਦਾ ਨਹੀਂ ਹੋਇਆ। ਪਾਤਸ਼ਾਹ ਜੀ ਕਹਿੰਦੇ ਜੀਵਨ ਵਿੱਚ ਧੀਰਜ ਲੈ ਕੇ ਆ, ਟਿਕਾ ਲੈ ਕੇ ਆ। ਜੇਕਰ ਤੇਰੇ ਮਾਪੇ ਤੈਨੂੰ ਗੱਲ ਕਹਿੰਦੇ ਆ, ਜੇਕਰ ਤੈਨੂੰ ਸੱਸ ਸਹੁਰਾ ਕੋਈ ਗੱਲਬਾਤ ਕਹਿੰਦੇ, ਉਹਨੂੰ ਜੀਵਨ ਦੇ ਅੰਦਰ ਸਹਿਣ ਕਰਨਾ ਸਿੱਖ। ਜੇਕਰ ਨੌ ਰਾਣੀ ਤੁਹਾਨੂੰ ਕੋਈ ਗੱਲਬਾਤ ਕਹਿੰਦੀ, ਉਹਨਾਂ ਅੰਦਰ ਸਹਾਰਨ ਦੀ ਸ਼ਕਤੀ ਆਪਣੇ ਜੀਵਨ ਅੰਦਰ ਵੀ ਪੈਦਾ ਕਰੋ। ਭਾਵ ਕਿ ਕੇਵਲ ਇੱਕ ਪੱਖ ਦੀ ਗੱਲ ਨਹੀਂ, ਦੋਨੇ ਪੱਖਾਂ ਦੀ ਗੱਲ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਜਤ ਪਹਾਰਾ, ਕਹਿੰਦੇ ਜਤ ਮਨ ਨੂੰ ਵਿਕਾਰਾਂ ਵੱਲੋਂ ਰੋਕਣਾ, ਬੁਰਾਈਆਂ ਵੱਲੋਂ ਰੋਕਣਾ। ਇਹ ਕੀ ਹੈ? ਦੁਕਾਨ, ਧੀਰਜ, ਸੁਨਿਆਰ। ਕਹਿੰਦੇ ਤੇਰੇ ਜੀਵਨ ਅੰਦਰ ਜਿਹੜਾ ਧੀਰਜ ਆ ਉਹ ਕੀ ਆ? ਸੁਨਿਆਰਾ। ਦੁਕਾਨ ਦੇ ਵਿੱਚ ਬੈਠਣ ਵਾਲਾ। ਸੁਨਿਆਰੇ ਦੀ ਦੁਕਾਨ ਵਿੱਚ ਕੌਣ ਬਹਿੰਦਾ? ਸੁਨਿਆਰੇ ਬਹਿੰਦਾ। ਜਿਹੜਾ ਸੋਨੇ ਦੇ ਗਹਿਣੇ ਬਣਾਉਂਦਾ ਉਹਨੂੰ ਅਸੀਂ ਸੁਨਿਆਰਾ ਕਹਿ ਦਿੰਦੇ ਆ। ਮਾਲਕ ਜੀ ਕਹਿੰਦੇ ਅਹਰਣ ਮਤ। ਅਹਰਣ ਕੀ ਹੁੰਦੀ ਆ? ਇੱਕ ਲੋਹੇ ਦਾ ਪੱਥਰ ਹੁੰਦਾ, ਬੜਾ ਠੋਸ ਮਜ਼ਬੂਤ ਹੁੰਦਾ ਆ। ਤੁਸੀਂ ਵੇਖੋ ਜਿਹੜੇ ਲੋਹਾਰ ਹੁੰਦੇ ਨਾ, ਜਿਹੜੇ ਲੋਹੇ ਦਾ ਕੰਮ ਕਰਨ ਵਾਲੇ, ਉਹਨਾਂ ਕੋਲ ਵੀ ਇੱਕ ਵੱਡਾ ਸਾਰਾ ਲੋਹੇ ਦਾ ਪੱਥਰ ਹੁੰਦਾ ਆ। ਉਸ ਪੱਥਰ ਉੱਤੇ ਨਾ ਉਹ ਲੋਹੇ ਦੀ ਚੀਜ਼ ਰੱਖ ਕੇ ਉਹਦੇ ਉੱਤੇ ਥੋੜੇ ਮਾਰਦੇ ਆ, ਉਹਨੂੰ ਤਿੱਖਾ ਕਰਦੇ ਹੁੰਦੇ ਆ, ਉਹਦੇ ਚਿੱਬ ਕੱਢੇ ਜਾਂਦੇ ਆ, ਉਹਦੇ ਬਲ ਕੱਢੇ ਜਾਂਦੇ ਆ। ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜਾ ਸੁਨਿਆਰਾ, ਉਹਦੇ ਕੋਲ ਵੀ ਇੱਕ ਲੋਹੇ ਦਾ ਪੱਥਰ, ਜਿਹੜੀ ਲੋਹੇ ਦੀ ਸਿੱਲ ਹੁੰਦੀ ਆ, ਜਿਹਦੇ ਉੱਤੇ ਉਹ ਗਹਿਣੇ ਨੂੰ ਰੱਖ ਕੇ ਉਹਦੇ ਚਿੱਬ ਕੱਢਦਾ ਆ, ਉਹਨੂੰ ਸਹੀ ਕਰਦਾ ਆ, ਉਹਦੇ ਉੱਤੇ ਸੱਟ ਮਾਰਦਾ ਆ। ਪਾਤਸ਼ਾਹ ਜੀ ਕਹਿੰਦੇ ਅਹਰਣ ਮਤ। ਕਹਿੰਦੇ ਅਹਰਣ ਨੂੰ ਕੀ ਬਣਾ? ਆਪਣੀ ਮੱਤ। ਉਹ ਪੱਥਰ, ਲੋਹੇ ਦਾ ਪੱਥਰ ਕੀ ਆ? ਆਪਣੀ ਮੱਤ ਬਣਾ। ਉਹ ਹੋਵੇ ਤੇਰੀ ਮੱਤ। ਵੇਦ ਹਥਿਆਰ। ਹਥਿਆਰ ਦਾ ਅਰਥ ਕੀ ਹੈ? ਹਥੌੜਾ। ਹਥੌੜੇ ਦੇ ਨਾਲ ਹੀ ਉਸ ਉੱਤੇ ਸੱਟ ਮਾਰੀ ਜਾਂਦੀ ਨਾ। ਮਾਲਿਕ ਜੀ ਕਹਿੰਦੇ ਗਿਆਨ ਦਾ ਹਥੌੜਾ ਹੋਵੇ। ਗਿਆਨ ਦਾ ਹਥੌੜਾ ਤੇਰੀ ਮੱਤ ਉੱਤੇ ਵੱਜੇ ਹਰ ਰੋਜ਼। ਤੇਰੀ ਮੱਤ ਦੇ ਵਿੱਚ ਜਿਹੜੇ ਬਲ ਪਏ ਹੋਏ ਨਾ, ਤੇਰੀ ਮੱਤ ਦੇ ਵਿੱਚ ਜਿਹੜੇ ਬਿੰਗ ਪਏ ਹੋਏ ਆ ਵਿਕਾਰਾਂ ਦੇ, ਬੁਰਾਈਆਂ ਦੇ, ਈਰਖਾ, ਨਫ਼ਰਤ ਦੇ, ਇਹ ਨਿਕਲ ਜਾਣ। ਹਰ ਰੋਜ਼ ਤੇਰੀ ਮੱਤ ਤੇ ਗਿਆਨ ਦਾ ਹਥੌੜਾ ਵੱਜੇ, ਗਿਆਨ ਦੀ ਸੱਟ ਤੇਰੀ ਮੱਤ ਤੇ ਵੱਜੇ, ਜਿਸ ਨਾਲ ਤੇਰੇ ਜੀਵਨ ਦੇ ਵਿੱਚੋਂ ਵਿਕਾਰ ਖਤਮ ਹੋਣਗੇ, ਤੇਰੇ ਜੀਵਨ ਚੋਂ ਬਲ ਨਿਕਲ ਜਾਣਗੇ। ਤੇ ਪਾਤਸ਼ਾਹ ਜੀ ਕਹਿੰਦੇ ਹਰ ਰੋਜ਼ ਗਿਆਨ ਦੀ ਸੱਟ ਕਿਉਂ ਮਾਰਨੀ? ਹਰ ਰੋਜ਼ ਨਿਤਨੇਮ ਕਰਨਾ। ਇਹ ਕੀ ਆ? ਆਪਣੀ ਮੱਤ ਉੱਤੇ ਗਿਆਨ ਦੀ ਸੱਟ ਮਾਰਨੀ। ਹਰ ਰੋਜ਼ ਮੱਤ ਨੂੰ ਜਿਹੜਾ ਸਾਫ਼ ਕਰਨਾ, ਹਰ ਰੋਜ਼ ਮੱਤ ਦੇ ਵਿੱਚੋਂ ਬਾਲ ਕੱਢਣੇ। ਹਰ ਰੋਜ਼ ਜਿਵੇਂ ਵੇਖੋ ਹੁਣ ਜਿਹੜਾ ਪੌਦਾ ਹੁੰਦਾ, ਉਹਨੂੰ ਰੋਜ਼ ਪਾਣੀ ਦੇਣਾ, ਫਿਰ ਹੀ ਉਹ ਪੁੰਗਰੇਗਾ, ਉਹਦਾ ਖਿਆਲ ਰੱਖਾਂਗੇ। ਕੋਈ ਵੀ ਗੱਲ ਆ, ਹੁਣ ਘਰ ਵਿੱਚ ਅਸੀਂ ਝਾੜੂ ਫੇਰਦੇ ਹਾਂ, ਹੁਣ ਅਸੀਂ ਆਖੀਏ ਭਾਈ ਅਸੀਂ ਰੋਜ਼ ਝਾੜੂ ਕਿਉਂ ਫੇਰੀਏ? ਜੇ ਰੋਜ਼ ਝਾੜੂ ਨਾ ਫੇਰਾਂਗੇ ਇੱਥੇ ਫਿਰ ਗੰਦਗੀ ਆਉਣੀ ਆ। ਤੇ ਰੋਜ਼ ਝਾੜੂ ਫੇਰਦੇ ਆ, ਭਾਵੇਂ ਅਸੀਂ ਇੱਕ ਦਿਨ ਪਹਿਲਾਂ ਫੇਰਿਆ ਹੋਵੇ, ਤੁਸੀਂ ਦੂਜੇ ਦਿਨ ਫੇਰੋਗੇ ਫਿਰ ਉਨਾ ਕੂੜਾ, ਉਨੀ ਗੰਦਗੀ ਅੰਦਰੋਂ ਨਿਕਲੇਗੀ। ਤੇ ਗੁਰੂ ਪਿਆਰ ਵਾਲ ਇਸੇ ਤਰ੍ਹਾਂ ਹੀ ਹਰ ਰੋਜ਼ ਅਸੀਂ ਗੁਰਬਾਣੀ ਪੜ੍ਹ ਕੇ ਗਿਆਨ ਦੀ ਸੱਟ ਆਪਣੀ ਮੱਤ ਤੇ ਮਾਰਨੀ ਆ। ਸਾਡੀ ਮੱਤ ਦੇ ਅੰਦਰੋਂ ਵੀ ਜਿਹੜੀ ਗੰਦਗੀ ਰੋਜ਼ ਨਿਕਲੇਗੀ। ਜਿਵੇਂ ਰੋਜ਼ ਗਿਆਨ ਦੀ ਸੱਟ ਜਿਵੇਂ ਰੋਜ਼ ਮਾਰੀ ਜਾਵਾਂਗੇ, ਰੋਜ਼ ਬਾਣੀ ਪੜ੍ਹਨੀ, ਰੋਜ਼ ਬਾਣੀ ਵਿਚਾਰਨੀ, ਬਾਣੀ ਸੁਣਨੀ। ਇਹ ਕੀ ਆ? ਆਪਣੀ ਮੱਤ ਉੱਤੇ ਗਿਆਨ ਰੂਪੀ ਹਥੌੜੇ ਦੀ ਸੱਟ ਮਾਰਨੀ। ਫਿਰ ਸਾਡੀ ਮੱਤ ਵੇਖੋ ਕਿਵੇਂ ਸਿੱਧੀ ਹੁੰਦੀ। ਸਾਡੀ ਮੱਤ ਦੇ ਵਿੱਚ ਕੋਈ ਬਲ ਨਹੀਂ ਰਹਿ ਜਾਵੇਗਾ।
साडी मत जिहड़ी मैली नहीं होवेगी। पातशाह जी कहते ने अहरण मत वेद हथियार, सुनियारा जिहड़ा हथौड़ा लैके वो सट मारदा आ गहणे ते। पातशाह जी कहते ने भाओ खला अगन तप ताओ। खला का अर्थ की हुंदा? खला इहनूं कहंदे धौंकणी। जिवें पुराने समयां अंदर की हुंदा सी, जदों गैस नहीं हुंदे सी पुराने समयां विच, चुल्हिਆਂ 'ਚ जदों अग बाली जांदी हुंदी सी ना, एक पैप हुंदी सीगी अग बालण वास्ते। हुण पिंडां विच वक्खो वक्खरीਆਂ बोलियां ने ते सुनियारे दे कोल भी एक जिहड़ी पैप हुंदी सी, उहनूं धौंकणी किहा जांदा। जदों क्योंकि हुण तां बटन नप्पीए ते अग बल जाती है, हुण तां सिस्टम बदल चुका, पर पहले समय अंदर सुनियारियां कोल ये चीज़ां हुंदियां सी। धौंकणी जिहदे नाल फूक मारदा सी ते अग नूं बालदा सी, अग मघाउंदा सी। तुसीं वेखो पुराने समयां विच अग भी जिहड़ी किसी दे घरों उधारी लई जांदी सी कि पुੱਤ नूं आखण पुੱਤ चाची कोल जाके ताई कोल जाके अग लैके आ, अग बालीए। कई बारी रात नूं अग जिहड़ी चुੱਲ੍ਹੇ दे विच दब दित्ती जांदी सीगी ते सवेर नूं उठना, अग नूं फरोलना ते उहदे विच थोड़ा जिहा लकड़ियां पा के ते फिर जिहड़ा धौंकणी दे नाल उस पैप दे नाल अग नूं जिहड़ा बालिया जांदा सी। गुरु प्यार वालिओ, अग तां अज भी जिहड़ी ਲਈ ਜਾਂਦੀ ਆ, अग अज भी देण अज जिहड़ी ना अग देण जाने आ। पहले समयां विच अग लैके आउने सी, अज अग देण जाने आ। जदों किसी दे घर जाने 2 मिनट चाह पानी पीने आ, उत्थे माड़ी जी अग जी ला के आ जाने आ, कोई गलबात इहो जी करके आ जाने आ। ते जिहड़े पहलां गल्लां नाल लड़दे सी फिर पग्गो पग्गी हो जांदे आ, फिर हत्थां नाल लड़न लग पैंदे आ। अग जिहड़ी अज भी दित्ती जा रही आ, पर अग जिहड़ी अग अज दित्ती जा रही ना, उहदे नाल घर बर्बाद हो रहे आ। जिथे मनुख अपना कहंदा जे मेरे घर नहीं किसी दी बनदी, मेरे पुत्ता दी मेरे नाल नहीं बनदी, ते मैं किसी नाल क्यों बन दवां। भाव कि अज दूसरियां दे घर विच अग लाई जा रही है। ते पातशाह जी कहंदे ने भाओ खला अगन तप ताओ। कहंदे वो धौंकणी नाल फूक मारदा सुनियारा ते अग तपदी आ। इसे तरह मालिक जी कहंदे भाओ, कहंदे रब दे डर नूं कहंदे धौंकणी बना, अगन तप ताओ। हुण अग तपदी आ, मालिक जी कहंदे घाल कमाई कर, घाल कमाई कर, मेहनत कर। जिवें बंदा कहंदा ना कि वेखो बंदा हुण जदों मेहनत करदा बंदा शरीर गर्म हो जांदा ना, अग वांग गर्म हो जांदा, तपदा शरीर जिहड़ा बंदा काम करदा होवे। हुण वेखो सर्दी आ, सर्दी विच भी बंदा काम करे ना जोर दा ते ओह शरीर गर्म हो जांदा, शरीर चों पसीना आउण लग पैंदा आ कि बंदा अग वांग मेहनत कर रिहा आ, पानी वांग जिहड़ा अपना पसीना बना जिहड़ा बहा रिहा आ। ते गुरु प्यारो, मालिक जी कहंदे ने परमात्मा दा डर तेरे जीवन अंदर धौंकणी होवे। जे तेरे जीवन अंदर मालिक दा डर होवेगा ना, फिर तू घाल कमाई करेगा। पिछे पढ़ के आए ना, श्रम खंड की बाणी रूप। श्रम दा मतलब मेहनत, उद्यम करना। कहंदे जीवन दे विच उद्यम तां करेगा तेरे जीवन विच रब दा डर होवे। जिहड़ा तू उद्यम करेगा ना, वो चंगे पासे करेगा। तेरा उद्यम जिहड़ा चंगे पासे होवेगा, फिर माड़े पासे नहीं होवेगा। जिहड़ा भी तू मेहनत करेगा, घाल कमाई करेगा, पातशाह जी कहंदे तेरे जीवन च जेकर रब दा डर भै होवेगा, फिर उस घाल कमाई दे विच बेईमानी नहीं होवेगी। उस किरत दे विच कहंदे तू 2 नंबर दी कमाई नहीं करेगा, तू 1 नंबर दा जिहड़ा पैसा कमावेगा, 1 नंबर जिहड़ा तू अपने जीवन नूं पालेगा। ते पातशाह जी कहंदे ने भाओ खला अगन तप ताओ। भांडा भाओ, भांडा की कुठाली। कुठाली कहंदे जिहदे विच सुनियारा उस सोने नूं पाउंदा आ, कुठाली दे विच ओह पा के ओहनूं हिलाउंदा आ, ओहनूं ढालदा आ। ते गुरु प्यार वाले, जिन्ना चिर सोना कुठाली विच, जिन्ना चिर सोने दे विच खोट आ, सोना शुद्ध नहीं है, उन्ना चिर वो हिलदा रहिंदा आ, उन्ना चिर वो टपदा रहिंदा कुठाली दे विच। जदों सोने दे विच शुद्धता आ गई ना, उदों वो टिक जांदा आ, उदों हिलदा नहीं। पातशाह जी कहंदे ने भांडा भाओ, कहंदे प्रेम दी कुठाली बना। तेरे जीवन दे अंदर प्रेम होवे, ये होवे कुठाली। अमृत तित ढाल, कहंदे उस विच परमात्मा दा नाम रूपी अमृत नूं ढाल। प्रेम दे विच, प्रेम जीवन विच होवेगा, फिर ही परमात्मा दे नाम दे नाल जुड़ेगा ना, फिर ही तू किसी दे गल मन्नेगा। हुण जेकर तैनूं अपने मापियां नाल प्रेम है, प्यार आ, फिर ही तू उन्हां दी गल मन्नेगा।
जेकर तेनू गुरु नाल प्रेम है, प्यार है, फिर ही तू गुरु की मत लवेगा, फिर तू गुरु को खिंचिया चले आवेगा। फिर तू सारे काम कर छड्ड के तू आखेगा भाई मैं तो गुरु दे नाल जुड़ना, मैं गुरु की विचार सुननी, तू भज्जा आवेगा गुरु की विचार सुनने वास्ते, गुरु की बाणी सुनने वास्ते, क्योंकि तेरे मन विच प्रेम है, गुरु नाल प्यार है, मुहब्बत है। कि गुरु प्यार वाले जिहदे नाल प्यार सानू होवे, सानू अपने बच्चियां नाल प्यार, असी की कुछ नहीं बच्चियां वास्ते करते। जेकर बच्चियां नू साडे नाल प्यार है तो बच्चे साडे वास्ते की कुछ नहीं करते। जिथे साडा प्यार हुंदा उत्थे असी अपने आप नू भी कुर्बान करन लई तैयार आ। मालिक जी कहंदे तेरे जीवन अंदर प्रेम की कुठाली होवे, उहदे विच मालिक दे नाम दा अमृत पा, इनू गला, इनू इहदे विच ढाल, अपने जीवन विच उहदे नाम नू ढाल, तेरा जीवन उहदे नाम वर्गा बन जावे। गुरु प्यार वाली जो सोने दे विच खोट खत्म हो जाती, सोना टिक जाता है उस कठाली विच। इस तरह मालिक जी कहते जो तेरे जीवन चो खोट खत्म हो गई ना, उदों तेरा जीवन भटकना हट जाएगा। जिन्ना चिर तेरे जीवन च खोट आ, तेरा जीवन जिहड़ा भटकेगा, तेरा जीवन भटकां विच पिया रहेगा, भुलेखियां विच पिया रहेगा, उन्ना चिर तेरे जीवन च टिका नहीं आवेगा। अज वेखो साडा जीवन टिक के नहीं बैठ रहा, मन जिहड़ा हर वेले किसी ना किसी पासे घूम रहा आ, मन जिहड़ा खिल रहा पिया आ। पर मालिक जी कहते जो तेरे जीवन च खोट खत्म हो गई, मत जिहड़ी सोहनी बन गई, जीवन चंगा बन गया, तेरे जीवन अंदर टिका आ जाएगा। गुरु प्यार वालिओ जो टिका होवेगा ना, हुण वेखो जो असीं जाग लाउने ना दुध नूं जाग लाउने, पर उहदे वास्ते उहनूं टिका चाहीदा आ। हुण दुध नूं जाग लाता, असीं सारी रात उस भांडे नूं हिलाई जाइए जिस च जाग लाया होया, तो दुध कदे भी वो दही नहीं बन सकता, दही कदे भी जम नहीं सकता। इस करके उहनूं टिका चाहीदा आ। जाग लाता टिका आवेगा तो सवेर नूं दही जम जाएगा। इस तरह ही जो साडा जीवन टिक गया ना, फिर साडे जीवन अंदर भी जो मालिक दे नाम दा जाग लग गया, तो गुरु प्यार वालिओ सानू भी जिहड़ा वो फल प्राप्त हो जाना, साडा जीवन भी जम जाएगा, मालिक दे चरनां नाल जुड़ जाएगा। फिर साडे जीवन नूं कोई भी हिला नहीं सकता, साडे जीवन नूं मालिक दे नालों, सतगुरु नालों, वाहिगुरु दे नालों कोई भी तोड़ नहीं सकता। जदों एक बारी साडा जीवन जम गया, जुड़ गया, तो गुरु प्यार वालिओ जिमें कोई भी उदाहरण के तौर पर वेखिए, चाहे कोई मिस्त्री आ, कोई इट ला रहा, हुण सीमट जिहड़ा जिन्ना चिर पानी आ, जो सीमट जम जाता फिर उन्होंने कोई नहीं ला सकता, कोई नहीं तोड़ सकता। इस तरह ही साडा जीवन मालिक नाल जुड़ गया, फिर साडा जीवन कदे भी टुटेगा नहीं। पातशाह जी कहते भांडा भाओ अमृत तित ढाल, प्रेम की कुठाली होवे, इहदे विच नाम रूपी अमृत नूं ढाल, घड़ीए शब्द सच्ची टकसाल। प्रेम दे नाल गुरु की बाणी पढ़, यह है नाम अमृत नूं ढालना। तेरे मन च प्रेम है, प्यार दे नाल गुरु की बाणी पढ़, प्यार दे नाल हरेक नाल पेश आ। तेरे जीवन च प्यार आ, जिथे जाके तू बैठेगा खलोवेगा, उत्थे सारे नूं जाके तू प्यार वंडेगा। मालिक जी कहते फिर की होवेगा, घड़ीए शब्द सच्ची टकसाल। कहते इहो जी सच्ची टकसाल विच शब्द घड़िया जाता है। फिर कहते तेरा जीवन घड़िया जाएगा, तेरा जीवन सोहना बन जाएगा, पवित्र बन जाएगा। पिछे पढ़ के आए ना, तिथे घड़ीए सुरत मत मन बुद्ध। फिर शब्द के द्वारा तेरा जीवन घड़िया जाएगा, तेरी मत घड़ी जाएगी, तेरा जीवन सोहना बन जाएगा। वेखो जिहड़ा सोना सी पहला डली सी वो सोने की, पर जदों उहनूं हुण जदों सुनियारे ने उहनूं कई तरीकिਆਂ ਦੇ ਨਾਲ ਉਹਨੂੰ ਅੱਗ ਦੇ ਉੱਤੇ भी रहना पिया, कुठाली विच पाया गया, ढालिया गया। फिर जाके जदों वो सोने की डली गहना बन जाती आ, जां ਉਹਦਾ कोई हार बना दिंदा, जां मुंदरी बन जाती, कड़ा बन जाता। फिर गुरु प्यार वालिओ उन्हां नूं चाहण वाले बड़े हो जाते आ। फिर हरेक मनुख उन्हां नूं अपने शरीर का श्रृंगार बनाउंदा आ, सोहना बन जाता आ। ते गुरु प्यार वालिओ इस तरह ही जो साडा जीवन भी घड़िया जाएगा ना, तो साडा जीवन भी मालिक नूं सोहना लगेगा, वो चंगा लगेगा। चंगा जीवन साडा भी दूजिआं नूं चंगा लगेगा। फिर असां सानू भी चाहण वाले बड़े हो जाणगे, सानू भी प्यार करन वाले हो जाणगे। जो साडा जीवन चंगा बन जाएगा, घड़िया जाएगा।
गुरु दे शब्द द्वारा ही साडा जीवन घड़िया जा सकदा। जिवें एक सोने का गहना बनता तैयार हुंदा, उहनूं बनाउण वाला कौन आ, घड़न वाला कौन आ, सुनियारा। इसे तरह साडे जीवन नूं घड़न वाला कौन आ, सतगुरु। गुरु का शब्द गुरबाणी इहदे द्वारा ही साडा जीवन जिहड़ा घड़िया जाना, सोहना बनना है। पातशाह जी बचन करते हैं, जिन को नदर करम तिन कार। कहते ये कार उन्हां दी आ जिन्हां उत्ते मालिक बख्शिश करदा, अपनी मेहर करदा, अपनी नदर करदा। नानक नदरी नदर निहाल। पातशाह जी कहते जदों उन्हां उत्ते मालिक दी बख्शिश रहमत हो जाती आ, उन्हां दा जीवन निहाल हो जाता है, खेड़े नाल भर जाता, खुशी नाल भर जाता है। गुरु प्यार वालिओ, सतगुरु ने बड़ियां सोहणियां उदाहरणां, एक सुनियारे की दुकान की उदाहरण लैके साडे जीवन नूं मालिक जी कहते जिमें सोना घड़िया जाता, गहने बन जाते आ, सोना बड़ा कीमती आ। इसे तरह जो तेरा जीवन घड़िया जाएगा, शब्द द्वारा तेरा जीवन भी कहते बड़ा कीमती बन जाएगा, तेरा जीवन भी बड़ा उच्चा बन जाएगा, सोहना बन जाएगा। वेखो गुरु नानक साहब जी ने शब्द द्वारा भाई लहणा जी का जीवन घड़िया ते गुरु अंगद साहब जी बन गए। भाई जेठा जी का जीवन घड़िया गया शब्द द्वारा ते गुरु रामदास साहब जी बन गए। गुरु प्यार वालिओ, किन्नियां उदाहरणां इतिहास दे विचों किन्नियां मिसालां साडे सामने नज़र ने। सज्जन ठग दा शब्द द्वारा जीवन घड़िया गया ते भाई सज्जन बन गया। मलक भागो का जीवन घड़िया गया शब्द द्वारा ते मलक भागो ने माड़े काम करने छड्ड दिते। ते गुरु प्यार वालिओ, गुरबाणी तो अज भी उही आ, पर असी अपने जीवन नूं घड़न लई तैयार नहीं। जेकर असी भी अज भी असी गुरबाणी पढ़ के अपने जीवन नूं घड़ांगे, साडा जीवन घड़िया जावेगा ते सोहना पवित्र बन जावेगा। सो सतगुरु जी कृपा रहमत करन कि साडे ते भी मालिक दी बख्शिश मेहर उदों होवेगी जदों असी ओदी रज़ा विच, ओदे हुक्म विच चलांगे। सतगुरु जी कृपा करन। विचारां करदिआं भुलां दी खिमा। आओ फतेह नाल सांझ पाईए। वाहिगुरु जी का खालसा, वाहिगुरु जी की फतेह।